हेलो स्टूडेंट्स, ਤੁਹਾਨੂੰ ਲਾਸਟ ਲੈਕਚਰ 'ਚ ਇੱਕ ਅਸਾਈਨਮੈਂਟ ਦਿੱਤੀ ਸੀ ਮੈਂ, ਜਿਸ 'ਚ ਮੈਂ ਤੁਹਾਨੂੰ 3 ਕਲਾਸਿਸ ਡਿਵੈਲਪ ਕਰਨ ਲਈ ਕਿਹਾ ਸੀ। ਕਿਹੜੀਆਂ ਉਹ ਕਲਾਸਿਸ ਸੀ? ਪਰਸਨ ਕਲਾਸ, ਦੈਨ ਇੱਕ ਸਟੂਡੈਂਟ ਕਲਾਸ, ਇੱਕ ਟੀਚਰ ਕਲਾਸ। ਸੋ ਇਹ ਕਲਾਸਿਸ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਮੈਕਸਿਮਮ ਤੁਸੀਂ ਪ੍ਰੋਪਰਟੀਜ਼ ਲੈਣੀਆਂ, ਮੈਕਸਿਮਮ ਡਾਟਾ ਆਈਟਮਸ ਲੈਣੀਆਂ ਨੇ। ਸੋ ਆਪਾਂ ਡਿਸਕਸ ਕਰਦੇ ਹਾਂ ਕਿ ਕਿਹੜੀਆਂ ਡਾਟਾ ਆਈਟਮਸ ਆਪਾਂ ਲੈ ਸਕਦੇ ਹਾਂ। ਤੇ ਸਿੰਪਲ ਉਹਨਾਂ ਨੂੰ ਆਪਾਂ ਨੇ ਇਨਪੁਟ ਤੇ ਆਊਟਪੁੱਟ ਕਰਵਾਉਣਾ ਸੀ। ਸੋ ਇੱਕ ਪਰਸਨ ਹੈ, ਪਰਸਨ ਦੇ ਵਿੱਚ ਕਿਹੜੀਆਂ ਆਪਾਂ ਆਈਟਮਸ, ਕਿਹੜੇ ਪ੍ਰੋਪਰਟੀਜ਼ ਲੈ ਸਕਦੇ ਹਾਂ। ਨੇਮ ਹੋਏਗਾ ਪਰਸਨ ਦਾ, ਇੱਕ ਪਰਸਨ ਦੀ ਏਜ ਹੋਏਗੀ, ਪਰਸਨ ਦੀ ਹਾਈਟ ਹੋਏਗੀ ਤੇ ਇੱਕ ਪਰਸਨ ਦਾ weight ਹੋਏਗਾ। ਸੋ ਇਹ ਕੋਈ ਵੀ ਪਰਸਨ ਹੈ, ਉਹਦੇ 'ਚ ਇਹ ਪ੍ਰੋਪਰਟੀਜ਼ ਤਾਂ ਹੋਣਗੀਆਂ ਹੀ ਹੋਣਗੀਆਂ। ਇਸ ਤੋਂ ਇਲਾਵਾ ਤੁਸੀਂ ਹੋਰ ਵੀ ਪ੍ਰੋਪਰਟੀਜ਼ ਲੈ ਸਕਦੇ ਹੋ। ਸੋ ਮੈਂ ਜਸਟ ਇੱਕ ਐਗਜ਼ਾਮਪਲ ਲੈ ਰਿਹਾ ਕਿ ਆਪਾਂ ਇਹ ਪ੍ਰੋਪਰਟੀਜ਼ ਲੈਣੀਆਂ ਨੇ। ਨੈਕਸਟ ਹੈ ਇੱਕ ਸਟੂਡੈਂਟ। ਸਟੂਡੈਂਟ ਦੇ ਵਿੱਚ ਕਿਹੜੀਆਂ ਪ੍ਰੋਪਰਟੀਜ਼ ਹੋ ਸਕਦੀਆਂ ਨੇ? ਸਟੂਡੈਂਟ ਦਾ ਨੇਮ ਹੋਏਗਾ, ਸਟੂਡੈਂਟ ਦਾ ਕੋਰਸ ਹੋਏਗਾ, ਸਟੂਡੈਂਟ ਦਾ ਰੋਲ ਨੰਬਰ ਹੋਏਗਾ, ਸਟੂਡੈਂਟ ਦੀ ਏਜ ਵੀ ਹੋਏਗੀ, ਇੱਕ ਸਟੂਡੈਂਟ ਦੀ ਹਾਈਟ ਵੀ ਹੋਏਗੀ ਤੇ ਉਸ ਸਟੂਡੈਂਟ ਦਾ weight ਵੀ ਹੋਏਗਾ ਕੁਛ ਨਾ ਕੁਛ। ਸੋ ਇਹ ਆਪਾਂ ਲੈ ਲਈਆਂ ਸਟੂਡੈਂਟ ਦੀਆਂ ਪ੍ਰੋਪਰਟੀਜ਼। ਨੈਕਸਟ ਹੈ ਟੀਚਰ। ਟੀਚਰ ਦੇ ਵਿੱਚ ਆਪਾਂ ਕਿਹੜੀਆਂ ਪ੍ਰੋਪਰਟੀਜ਼ ਲੈ ਸਕਦੇ ਹਾਂ? ਇੱਕ ਟੀਚਰ ਦਾ ਨੇਮ ਹੋਏਗਾ, ਟੀਚਰ ਦਾ ਡਿਪਾਰਟਮੈਂਟ ਵੀ ਹੋਏਗਾ ਕਿ ਕਿਹੜੇ ਡਿਪਾਰਟਮੈਂਟ ਤੋਂ ਹੈ ਉਹ ਟੀਚਰ, ਉਸ ਟੀਚਰ ਦੀ ਇੱਕ ਆਈਡੀ ਹੋਏਗੀ, ਟੀਚਰ ਦੀ ਏਜ ਵੀ ਹੋਏਗੀ, ਟੀਚਰ ਦੀ ਹਾਈਟ ਐਂਡ weight ਵੀ ਹੋਣਗੇ। ਸੋ ਇੱਥੇ ਕੀ ਹੈ ਕਿ ਆਪਾਂ ਡਿਫਾਈਨ ਕਰ ਲਏ ਕਿ ਕਿਹੜੇ ਕਲਾਸ ਦੇ ਵਿੱਚ ਆਪਾਂ ਕਿਹੜੇ ਡਾਟਾ ਮੈਂਬਰਸ ਲੈਣੇ ਆ। ਸੋ ਹੁਣ ਅਗਰ ਆਪਾਂ ਇਹਦੀ ਕਲਾਸ ਡਿਵੈਲਪ ਕਰਦੇ ਹਾਂ ਤਾਂ ਉਹਦੇ ਲਈ ਆਪਾਂ ਪ੍ਰੋਪਰ ਇਹਨਾਂ ਦੀ ਡਾਟਾ ਟਾਈਪ ਵੀ ਲਵਾਂਗੇ। ਨੇਮ ਦੀ ਡਾਟਾ ਟਾਈਪ ਕੀ ਹੋਏਗੀ? ਇੱਕ ਸਟ੍ਰਿੰਗ ਹੋਏਗੀ, ਯਾਨੀ ਕਿ ਕਰੈਕਟਰ ਦਾ ਐਰੇ ਹੋਏਗਾ। ਏਜ ਦੀ ਡਾਟਾ ਟਾਈਪ ਕੀ ਹੋਏਗੀ? ਇੰਟੀਜਰ ਹੋਏਗੀ। ਹਾਈਟ ਐਂਡ weight ਲਈ ਆਪਾਂ ਫਲੋਟ ਵੀ ਲੈ ਸਕਦੇ ਹਾਂ। ਸੋ ਇਹ ਆਪਣੀ ਮਰਜ਼ੀ ਹੈ, ਜਿੱਥੇ ਆਪਾਂ ਨੂੰ ਸੂਟੇਬਲ ਲੱਗਦਾ ਹੈ ਉਹ ਡਾਟਾ ਟਾਈਪ ਆਪਾਂ ਲਵਾਂਗੇ। ਸੋ ਦੇਖੋ ਆਪਾਂ ਇੱਕ ਪ੍ਰੋਗਰਾਮ ਬਣਾ ਲਿਆ ਇਹਦਾ। ਕਿਵੇਂ? ਸਭ ਤੋਂ ਪਹਿਲਾਂ ਫਾਈਲਸ ਇੰਕਲੂਡ ਕੀਤੀਆਂ, ਹਰੇਕ ਪ੍ਰੋਗਰਾਮ 'ਚ ਆਪਾਂ ਇੰਕਲੂਡ ਕਰਦੇ ਹਾਂ। ਦੈਨ ਕਲਾਸ ਇੱਕ ਪਰਸਨ ਡਿਫਾਈਨ ਕੀਤੀ ਮੈਨੇ। ਇੱਕ ਪਰਸਨ ਕਲਾਸ ਲੈ ਲਈ, ਉਸ ਕਲਾਸ ਦੇ ਵਿੱਚ ਕਿਹੜੇ ਡਾਟਾ ਮੈਂਬਰਸ ਡਿਫਾਈਨ ਕੀਤੇ ਨੇ? ਨੇਮ ਦੀ ਡਾਟਾ ਟਾਈਪ ਕੀ ਹੈ? ਇੱਕ ਕਰੈਕਟਰ ਤੇ ਉਹਦਾ ਐਰੇ ਲੈ ਲਿਆ ਆਪਾਂ, ਮੈਕਸਿਮਮ ਲੈਂਥ ਲੈ ਲਈ 20। ਦੈਨ ਏਜ ਇੰਟੀਜਰ ਦੇ ਵਿੱਚ ਹੈ, ਹਾਈਟ ਐਂਡ weight ਫਲੋਟ ਦੇ ਵਿੱਚ ਨੇ। ਸੋ ਇਨਪੁਟ ਫੰਕਸ਼ਨ ਦੇ ਵਿੱਚ ਆਪਾਂ ਸਾਰਿਆਂ ਨੂੰ ਇਨਪੁਟ ਕਰਵਾ ਲਿਆ, ਆਊਟਪੁੱਟ ਫੰਕਸ਼ਨ 'ਚ ਸਾਰਿਆਂ ਨੂੰ ਆਊਟਪੁੱਟ ਕਰਵਾ ਲਿਆ ਐਂਡ ਕਲਾਸ ਇੱਥੇ ਕਲੋਜ਼ ਹੋ ਗਈ। ਸੋ ਇੱਕ ਕਲਾਸ ਹੋ ਗਈ ਆਪਣੇ ਕੋਲ ਪਰਸਨ। ਦੈਨ ਹੈ ਸਟੂਡੈਂਟ। ਸਟੂਡੈਂਟ ਦੇ ਵਿੱਚ ਜਿਹੜਾ ਡਾਟਾ ਲਿਆ ਸੀ ਉਹ ਸਾਰਾ ਆਪਾਂ ਨੇ ਡਿਫਾਈਨ ਕਰ ਲਿਆ ਉਰੇ। ਨੇਮ, ਕੋਰਸ, ਏਜ, ਰੋਲ ਨੰਬਰ, ਹਾਈਟ ਐਂਡ weight। ਦੈਨ ਇਨਪੁਟ ਫੰਕਸ਼ਨ 'ਚ ਆਪਾਂ ਨੇ ਉਹ ਸਾਰਿਆਂ ਨੂੰ ਇਨਪੁਟ ਕਰਵਾ ਲਿਆ ਤੇ ਆਊਟਪੁੱਟ ਫੰਕਸ਼ਨ 'ਚ ਸਾਰਿਆਂ ਨੂੰ ਆਊਟਪੁੱਟ ਕਰਵਾ ਲਿਆ। ਉਸੇ ਤਰੀਕੇ ਨਾਲ ਇੱਕ ਟੀਚਰ ਕਲਾਸ ਡਿਫਾਈਨ ਕੀਤੀ। ਟੀਚਰ ਕਲਾਸ ਦੇ ਵਿੱਚ ਵੀ ਜਿਹੜੇ ਆਪਾਂ ਡਿਸਾਈਡ ਕੀਤੇ ਸੀ ਉਹ ਸਾਰੇ ਡਾਟਾ ਮੈਂਬਰਸ ਲੈ ਲਏ। ਨੇਮ, ਡਿਪਾਰਟਮੈਂਟ, ਏਜ, ਆਈਡੀ, ਹਾਈਟ ਐਂਡ weight। ਤੇ ਇਨਪੁਟ ਦੇ ਵਿੱਚ ਫੇਰ ਸਾਰਿਆਂ ਨੂੰ ਉਹਨਾਂ ਨੂੰ ਇਨਪੁਟ ਕਰਵਾ ਲਿਆ ਤੇ ਦੈਨ ਆਊਟਪੁੱਟ ਦੇ ਵਿੱਚ ਸਾਰਿਆਂ ਨੂੰ ਆਊਟਪੁੱਟ ਕਰਵਾ ਲਿਆ। ਉਸ ਤੋਂ ਬਾਅਦ ਆਪਾਂ ਲੈ ਰਹੇ ਹਾਂ ਮੇਨ ਫੰਕਸ਼ਨ ਦੇ ਵਿੱਚ। ਦੇਖੋ 3 ਆਬਜੈਕਟ ਕ੍ਰੀਏਟ ਕੀਤੇ, ਤਿੰਨੋਂ ਕਲਾਸਿਸ ਦੇ ਅਲੱਗ-ਅਲੱਗ। ਪਰਸਨ ਦਾ ਇੱਕ P ਕ੍ਰੀਏਟ ਕੀਤਾ। ਸੋ ਪਰਸਨ ਦਾ P ਲਿਆ ਆਪਾਂ ਨੇ, ਉਹਦੇ ਵਿੱਚ ਕੀ ਹੋਏਗਾ? ਪਰਸਨ ਦੇ P ਦੇ ਵਿੱਚ ਨੇਮ, ਹੋਰ ਕੀ ਲਿਆ ਸੀ ਆਪਾਂ ਨੇ ਪਰਸਨ ਕਲਾਸ ਦੇ ਵਿੱਚ? ਏਜ, ਹਾਈਟ ਐਂਡ weight। ਦੈਨ ਸਟੂਡੈਂਟ ਦਾ ਇੱਕ S ਕ੍ਰੀਏਟ ਕੀਤਾ। ਇਹਦੇ ਵਿੱਚ ਕੀ ਹੋਏਗਾ? ਸਟੂਡੈਂਟ ਕਲਾਸ ਦੇ ਵਿੱਚ ਨੇਮ, ਏਜ, ਹੋਰ ਦੇਖੋ ਸਟੂਡੈਂਟ ਦੇ ਵਿੱਚ ਆਪਾਂ ਕੀ ਲਿਆ? ਕੋਰਸ, ਰੋਲ ਨੰਬਰ, ਹਾਈਟ ਐਂਡ weight। ਸੋ ਇਸ ਤਰੀਕੇ ਨਾਲ ਇੱਥੇ ਆਪਣੇ ਕੋਲ ਕਿੰਨੀਆਂ ਪ੍ਰੋਪਰਟੀਜ਼ ਨੇ? 6 ਪ੍ਰੋਪਰਟੀਜ਼। ਉਹਨਾਂ ਦੀ ਵੈਲਿਊਜ਼ ਜੋ ਵੀ ਆਪਾਂ ਅਸਾਈਨ ਕਰਾਂਗੇ ਉਹ ਵੈਲਿਊਜ਼ ਇੱਥੇ ਆ ਜਾਣਗੀਆਂ। ਦੈਨ ਟੀਚਰ ਦਾ ਇੱਕ T ਆਬਜੈਕਟ ਕ੍ਰੀਏਟ ਕੀਤਾ ਤੇ ਉਹਦੇ ਵਿੱਚ ਵੀ ਕਿਹੜੇ ਪ੍ਰੋਪਰਟੀਜ਼ ਹੋਣਗੀਆਂ ਜੋ ਆਪਾਂ ਟੀਚਰ ਕਲਾਸ 'ਚ ਡਿਫਾਈਨ ਕੀਤੀਆਂ। ਸੋ ਟੀਚਰ ਕਲਾਸ 'ਚ ਕਿਹੜੀਆਂ ਪ੍ਰੋਪਰਟੀਜ਼ ਡਿਫਾਈਨ ਕੀਤੀਆਂ ਸੀ ਆਪਾਂ ਨੇ? ਨੇਮ, ਡਿਪਾਰਟਮੈਂਟ, ਏਜ, ਆਈਡੀ, ਹਾਈਟ ਐਂਡ weight। ਸੋ ਇੱਥੇ 3 ਤਰ੍ਹਾਂ ਦੇ ਆਬਜੈਕਟ ਬਣ ਗਏ ਆਪਣੇ ਕੋਲ। ਪਰਸਨ ਦਾ ਇੱਕ P ਬਣ ਗਿਆ, ਸਟੂਡੈਂਟ ਦਾ S ਐਂਡ ਟੀਚਰ ਦਾ T। ਦੈਨ 1 by 1 ਤਿੰਨਾਂ ਨੂੰ ਆਪਾਂ ਨੇ ਇਨਪੁਟ ਕਰਵਾਇਆ।
ਤੇ 1 ਬਾਈ 1 ਤਿੰਨਾਂ ਨੂੰ ਆਊਟਪੁੱਟ ਕਰਵਾ ਲਿਆ। ਉਹਦੇ ਵਿੱਚ ਕੀ ਹੈ, ਤਿੰਨਾਂ ਦੀ ਆਪਾਂ ਇਨਪੁਟ ਕਰਵਾ ਕੇ ਵੈਲਿਊਜ਼ ਜੋ ਵੀ ਇਨਪੁਟ ਕਰਵਾਵਾਂਗੇ ਉਹ 1 ਬਾਈ 1 ਆਊਟਪੁੱਟ ਹੋ ਜਾਣਗੀਆਂ। ਹੁਣ ਇਸ ਪ੍ਰੋਗਰਾਮ ਦੇ ਵਿੱਚ ਦੇਖੋ ਕੀ ਹੋ ਰਿਹਾ ਹੈ ਕਿ ਆਪਾਂ ਨੂੰ ਪਤਾ ਹੈ ਕਿ ਜੋ ਸਟੂਡੈਂਟ ਤੇ ਟੀਚਰ ਨੇ ਉਹ ਦੋਨੋਂ ਇੱਕ ਪਰਸਨ ਤਾਂ ਹੋਣਗੇ, ਤਾਂ ਇਸ ਕਰਕੇ ਜੋ ਪਰਸਨ ਵਾਲੀਆਂ ਆਈਡੀਜ਼ ਪ੍ਰੋਪਰਟੀਜ਼ ਸੀ ਨੇਮ, ਏਜ, ਹਾਈਟ ਐਂਡ weight ਉਹ ਇੱਥੇ ਵੀ ਆਪਾਂ ਲਈਆਂ ਤੇ ਟੀਚਰ ਦੇ ਵਿੱਚ ਵੀ ਲਈਆਂ ਤੇ ਕੋਰੈਸਪੋਂਡਿੰਗਲੀ ਉਹਨਾਂ ਦੇ ਵਿੱਚ ਇਨਪੁਟ ਤੇ ਆਊਟਪੁੱਟ ਵੀ ਕਰਵਾਈਆਂ। ਤਾਂ ਹੁਣ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦਾ ਇੱਕ ਕਨਸੈਪਟ ਹੈ ਰੀਯੂਜ਼ੇਬਿਲਿਟੀ। ਰੀਯੂਜ਼ੇਬਿਲਿਟੀ ਦਾ ਮਤਲਬ ਕੀ ਹੈ ਕਿ ਜੋ ਚੀਜ਼ ਆਪਾਂ ਇੱਕ ਵਾਰੀ ਡਿਫਾਈਨ ਕਰਤੀ ਆਪਾਂ ਉਹਨੂੰ ਕਿਵੇਂ ਰੀਯੂਜ਼ ਕਰ ਸਕਦੇ ਹਾਂ ਤੇ ਉਹਨੂੰ ਰੀਯੂਜ਼ ਕਰਨਾ ਵੀ ਚਾਹੀਦਾ ਤਾਂ ਕਿ ਆਪਣਾ ਟਾਈਮ ਵੀ ਸੇਵ ਹੋਵੇ, ਮੈਮਰੀ ਵੀ ਸੇਵ ਹੋਵੇ ਤੇ ਐਫਰਟਸ ਵੀ ਘੱਟ ਲੱਗਣ। ਸੋ ਆਪਾਂ ਇੱਕ ਕਨਸੈਪਟ ਦੇ ਥਰੂ ਕੀ ਕਰਾਂਗੇ, ਜੋ ਇਹ ਪ੍ਰੋਪਰਟੀਜ਼ ਨੇ, ਜੋ ਇਹ ਕਲਾਸ ਆਪਾਂ ਡਿਫਾਈਨ ਕਰ ਲਈ ਹੈ ਪਰਸਨ, ਇਹਨੂੰ ਆਪਾਂ ਡਾਇਰੈਕਟਲੀ ਇੱਥੇ ਯੂਜ਼ ਕਰ ਸਕਦੇ ਹਾਂ। ਜਿਹੜਾ ਕਿ ਕਨਸੈਪਟ ਹੈ ਜਿਹਨੂੰ ਆਪਾਂ ਬੋਲਦੇ ਹਾਂ ਇਨਹੈਰੀਟੈਂਸ। ਸੋ ਅੱਜ ਦਾ ਜੋ ਲੈਕਚਰ ਹੈ ਉਹ ਇਨਹੈਰੀਟੈਂਸ ਦੇ ਉੱਤੇ ਡਿਪੈਂਡ ਹੈ ਕਿ ਇਨਹੈਰੀਟੈਂਸ ਕੀ ਹੁੰਦੀ ਹੈ। ਇਨਹੈਰੀਟੈਂਸ ਬੇਸਿਕਲੀ ਕੀ ਹੈ ਕਿ ਇਨਹੈਰੀਟੈਂਸ ਕਨਸੈਪਟ ਹੈ ਜਾਂ ਕਹਿ ਸਕਦੇ ਹਾਂ ਇਨਹੈਰੀਟੈਂਸ ਕੀ ਹੈ, ਇੱਕ ਮੈਕੈਨਿਜ਼ਮ ਹੈ ਜਿਹਦੇ ਵਿੱਚ ਕੀ ਹੈ ਇੱਕ ਕਲਾਸ ਕਿਸੇ ਦੂਸਰੀ ਕਲਾਸ ਦੀਆਂ ਪ੍ਰੋਪਰਟੀਜ਼ ਨੂੰ ਡਾਇਰੈਕਟਲੀ ਐਕਵਾਇਰ ਕਰ ਲੈਂਦੀ ਹੈ। ਐਕਵਾਇਰ ਕਰ ਲੈਂਦੀ ਹੈ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਇੱਥੇ ਦੁਬਾਰਾ ਤੋਂ ਇਹ ਡਿਫਾਈਨ ਕਰਨ ਦੀ ਜ਼ਰੂਰਤ ਨਹੀਂ ਹੈ। ਇੱਥੇ ਸਿਰਫ ਆਪਾਂ ਕੁਛ ਨਾ ਕੁਛ ਸਿੰਟੈਕਸ ਯੂਜ਼ ਕਰਾਂਗੇ ਜਿਹਦੇ ਥਰੂ ਕੀ ਹੈ ਪਰਸਨ ਵਾਲਾ ਸਾਰਾ ਕੁਝ ਡਾਟਾ ਇੱਥੇ ਆਟੋਮੈਟਿਕਲੀ ਆ ਜਾਏਗਾ। ਆਪਾਂ ਨੂੰ ਦੁਬਾਰਾ ਤੋਂ ਇਹ ਸਾਰਾ ਕੁਝ ਡਿਫਾਈਨ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਕਨਸੈਪਟ ਨੂੰ ਆਪਾਂ ਕੀ ਬੋਲਦੇ ਹਾਂ, ਇਨਹੈਰੀਟੈਂਸ। ਸੋ ਇਨਹੈਰੀਟੈਂਸ ਕੀ ਹੈ? ਇਨਹੈਰੀਟੈਂਸ ਇਜ਼ a mechanism by which one class can acquire the properties of another class। ਸੋ ਉਹਦੇ ਵਿੱਚ ਕੀ ਹੈ ਕਿ ਇੱਕ ਕਲਾਸ ਕਿਸੇ ਦੂਸਰੀ ਕਲਾਸ ਦੀ ਪ੍ਰੋਪਰਟੀਜ਼ ਨੂੰ ਐਕਵਾਇਰ ਕਰ ਸਕਦੀ ਹੈ, ਇਨਹੈਰਿਟ ਕਰ ਸਕਦੀ ਹੈ। ਜਿਵੇਂ ਕਿ ਆਪਣੇ ਪੇਰੈਂਟਸ ਹੁੰਦੇ ਨੇ, ਹੈਰੀਡਿਟੀ ਕਨਸੈਪਟ ਇੱਥੋਂ ਹੀ ਆਇਆ ਹੈ ਇਨਹੈਰੀਟੈਂਸ। ਹੈਰੀਡਿਟੀ ਚ ਕੀ ਹੈ ਕਿ ਆਪਣੇ ਪੇਰੈਂਟਸ ਦੀਆਂ ਜੋ ਆਦਤਾਂ ਨੇ, ਜੋ ਉਹਨਾਂ ਦੇ ਜੋ ਵੀ ਉਹਨਾਂ ਦੇ ਫੀਚਰਸ ਨੇ ਉਹ ਆਪਣੇ ਵਿੱਚ ਵੀ ਕੁਛ ਨਾ ਕੁਛ ਹੁੰਦੇ ਨੇ, ਆਪਾਂ ਵੀ ਉਹਨਾਂ ਨੂੰ ਐਕਵਾਇਰ ਕਰਦੇ ਹਾਂ। ਉਹ ਇਸ ਤਰੀਕੇ ਨਾਲ ਹੈਰੀਡਿਟੀ ਹਾਇਰਾਰਕੀ ਚੱਲਦੀ ਰਹਿੰਦੀ ਹੈ। ਸੋ ਉਸੇ ਤਰੀਕੇ ਨਾਲ ਇਨਹੈਰੀਟੈਂਸ ਕਨਸੈਪਟ ਦੇ ਵਿੱਚ ਵੀ ਕੀ ਹੈ ਕਿ ਇੱਕ ਕਲਾਸ ਕਿਸੇ ਦੂਸਰੀ ਕਲਾਸ ਦੀਆਂ ਪ੍ਰੋਪਰਟੀਜ਼ ਨੂੰ ਐਕਵਾਇਰ ਕਰ ਸਕਦੀ ਹੈ, ਇਨਹੈਰਿਟ ਕਰ ਸਕਦੀ ਹੈ। ਸੋ ਜਿਹੜੀ ਕਲਾਸ ਇਨਹੈਰਿਟ ਕਰ ਰਹੀ ਹੈ ਉਸ ਕਲਾਸ ਨੂੰ ਆਪਾਂ ਕੀ ਬੋਲਾਂਗੇ, ਡਿਰਾਈਵਡ ਕਲਾਸ, ਕਿਉਂਕਿ ਇਹ ਕਿਸੇ ਹੋਰ ਕਲਾਸ ਤੋਂ ਬਣ ਰਹੀ ਹੈ। ਡਿਰਾਈਵਡ ਕਲਾਸ ਜਾਂ ਫਿਰ ਇਹਨੂੰ ਕਹਿ ਸਕਦੇ ਹਾਂ ਚਾਈਲਡ ਕਲਾਸ। ਤੇ ਜਿਹੜੀ ਕਲਾਸ ਤੋਂ ਆਪਾਂ ਇਨਹੈਰਿਟ ਕਰ ਰਹੇ ਹਾਂ ਉਹਨੂੰ ਆਪਾਂ ਕੀ ਬੋਲਾਂਗੇ, ਬੇਸ ਕਲਾਸ ਜਾਂ ਫਿਰ ਪੈਰੈਂਟ ਕਲਾਸ। ਤੇ ਹੁਣ ਇਹ ਇਨਹੈਰੀਟੈਂਸ ਹੋਏਗੀ ਕਿਵੇਂ, ਉਹ ਦੇਖੋ। ਉਹਦੇ ਲਈ ਆਪਾਂ ਸਿੰਟੈਕਸ ਯੂਜ਼ ਕਰਾਂਗੇ। ਸਪੋਜ਼ ਤੁਸੀਂ ਇਹ ਕਲਾਸ ਡਿਫਾਈਨ ਕੀਤੀ ਹੋਈ ਹੈ, ਲੈਣੇ ਆ ਇਹਦੇ ਲਈ ਸਪੋਜ਼ ਤੁਸੀਂ ਕਲਾਸ ਡਿਫਾਈਨ ਕੀਤੀ ਪਰਸਨ। ਇਹਦੇ ਵਿੱਚ ਆਪਾਂ ਨੇ ਪ੍ਰੋਪਰਟੀਜ਼, ਇਹਨੂੰ ਆਪਾਂ ਸਟਾਰਟਿੰਗ ਚ ਪਬਲਿਕ ਲੈ ਲੈਂਦੇ ਆ, ਜਿਹਦਾ ਰੀਜ਼ਨ ਤੁਹਾਨੂੰ ਨੈਕਸਟ ਲੈਕਚਰ ਚ ਪਤਾ ਲੱਗੇਗਾ, ਅੱਗੇ ਸਬਸੀਕੁਐਂਟ ਲੈਕਚਰ ਚ। ਫਿਲਹਾਲ ਇੱਥੇ ਜਸਟ ਆਪਾਂ ਪਬਲਿਕ ਸਟਾਰਟਿੰਗ ਚ ਲੈ ਲਿਆ। ਸੋ ਪਰਸਨ ਦੇ ਵਿੱਚ ਆਪਾਂ ਕਿਹੜਾ ਡਾਟਾ ਲੈਣਾ ਹੈ। ਪਰਸਨ ਦੇ ਵਿੱਚ ਦੇਖੋ ਕੀ ਹੈ, ਕੈਰ, ਇੱਕ ਪਰਸਨ ਦਾ ਨੇਮ, ਠੀਕ ਹੈ, ਇੰਟੀਜ਼ਰ, ਪਰਸਨ ਦੀ ਏਜ, ਦੈਨ ਫਲੋਟ, ਪਰਸਨ ਦਾ weight ਐਂਡ ਹਾਈਟ। ਸੋ ਇਹ ਚਾਰ ਪ੍ਰੋਪਰਟੀਜ਼ ਆਪਾਂ ਨੇ ਲਈਆਂ ਤੇ ਇਹਦੇ ਨਾਲ ਹੀ void ਇਨਪੁਟ ਫੰਕਸ਼ਨ ਚ ਆਪਾਂ ਸਾਰਿਆਂ ਨੂੰ ਇਨਪੁਟ ਕਰਵਾ ਲਿਆ ਤੇ void ਆਊਟਪੁੱਟ ਫੰਕਸ਼ਨ ਚ ਕੀ ਆਪਾਂ ਨੇ ਸਾਰਿਆਂ ਨੂੰ ਆਊਟਪੁੱਟ ਕਰਵਾ ਲਿਆ ਤੇ ਇੱਥੇ ਕਲਾਸ ਖਤਮ। ਹੁਣ ਨੈਕਸਟ ਕੀ ਹੈ ਕਿ ਆਪਾਂ ਇੱਕ ਕਲਾਸ ਹੋਰ ਕ੍ਰੀਏਟ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਇਹ ਸਾਰੀਆਂ ਪ੍ਰੋਪਰਟੀਜ਼ ਹੋਣ ਤੇ ਪਲੱਸ ਕੁਝ ਐਕਸਟਰਾ ਪ੍ਰੋਪਰਟੀਜ਼ ਵੀ ਆਪਾਂ ਉਹਦੇ ਚ ਡਿਫਾਈਨ ਕਰ ਸਕਦੇ ਹਾਂ, ਉਹ ਆਪਣੀ ਮਰਜ਼ੀ ਹੈ। ਸੋ ਉਹਦੇ ਲਈ ਆਪਾਂ ਇਨਹੈਰੀਟੈਂਸ ਦਾ ਕਨਸੈਪਟ ਯੂਜ਼ ਕਰਾਂਗੇ। ਸੋ ਇਨਹੈਰੀਟੈਂਸ ਦੇਖੋ ਕਿਵੇਂ ਹੋਏਗੀ। ਪਹਿਲਾਂ ਆਪਾਂ ਇੱਕ ਕਲਾਸ ਡਿਫਾਈਨ ਕਰਨੀ ਹੈ, ਕਲਾਸ ਸਟੂਡੈਂਟ। ਸੋ ਇਹਦੇ ਨਾਲ ਆਪਾਂ ਇੱਕ ਹੋਰ ਚੀਜ਼ ਐਡ ਕਰਾਂਗੇ, ਕਲਾਸ ਸਟੂਡੈਂਟ। ਹੁਣ ਇਹ ਸਟੂਡੈਂਟ ਕਲਾਸ ਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੇ ਆਹ ਪ੍ਰੋਪਰਟੀਜ਼ ਨੂੰ ਐਕਵਾਇਰ ਕਰਨਾ ਹੈ। ਸੋ ਉਹਦੇ ਲਈ ਆਪਾਂ ਇੱਥੇ ਇੱਕ ਸਿੰਟੈਕਸ ਯੂਜ਼ ਕਰਾਂਗੇ, ਕਲਾਸ ਸਟੂਡੈਂਟ, ਦੈਨ ਉਸ ਤੋਂ ਬਾਅਦ ਕੋਲਨ, ਦੈਨ ਪਬਲਿਕ ਐਂਡ ਕਿਹੜੀ ਕਲਾਸ ਤੋਂ ਪ੍ਰੋਪਰਟੀਜ਼ ਐਕਵਾਇਰ ਕਰਨੀ ਹੈ, ਪਰਸਨ। ਸੋ ਇਹਦੇ ਨਾਲ ਕੀ ਹੈ, ਇਹ ਲਿਖਣ ਨਾਲ ਕੀ ਹੈ, ਇੱਥੇ ਕੀ ਹੋ ਰਹੀ ਹੈ, ਇਨਹੈਰੀਟੈਂਸ, ਯਾਨੀ ਕਿ ਇੱਕ ਸਿੰਗਲ ਇੰਨਾ ਕੁ ਲਿਖਣ ਨਾਲ ਕੀ ਹੈ, ਇਹ ਸਾਰੀਆਂ ਪ੍ਰੋਪਰਟੀਜ਼ ਆਟੋਮੈਟਿਕਲੀ ਇੱਥੇ ਆ ਚੁੱਕੀਆਂ। ਸੋ ਹੁਣ ਆਪਾਂ ਨੂੰ ਇੱਥੇ ਦੁਬਾਰਾ ਤੋਂ ਨੇਮ, ਏਜ, weight ਐਂਡ ਹਾਈਟ ਲੈਣ ਦੀ ਜ਼ਰੂਰਤ ਨਹੀਂ ਹੈ, ਉਹ ਆਲਰੇਡੀ ਇੱਥੇ
ਆ ਚੁੱਕੇ ਨੇ। ਸਟੂਡੈਂਟ ਕਲਾਸ ਦੇ ਵਿੱਚ ਆਲਰੇਡੀ ਇੱਥੇ ਨੇਮ, ਏਜ, weight ਐਂਡ ਹਾਈਟ, ਇਹ 4 ਪ੍ਰੋਪਰਟੀਜ਼ ਤੇ ਇਹ ਦੋਨੋਂ ਫੰਕਸ਼ਨ ਇਨਪੁਟ ਐਂਡ ਆਊਟਪੁੱਟ, ਇਹ ਦੋਨੋਂ ਇੱਥੇ ਆ ਚੁੱਕੇ ਆ ਆਲਰੇਡੀ। ਪਲੱਸ ਐਡੀਸ਼ਨ, ਜੋ ਵੀ ਤੁਸੀਂ ਇੱਥੇ ਆਪਣਾ ਡਾਟਾ ਲੈਣਾ ਉਹ ਲੈ ਸਕਦੇ ਆ ਪਬਲਿਕ। ਸਪੋਜ਼ ਆਪਾਂ ਇੱਥੇ ਇੱਕ ਲੈਣਾ ਹੈ ਸਟੂਡੈਂਟ ਦਾ ਕੋਰਸ, ਕੈਰ ਕੋਰਸ ਐਂਡ ਇੰਟ ਰੋਲ ਨੰਬਰ। ਸੋ ਇਹ ਦੋ ਆਪਾਂ ਨੇ ਡਾਟਾ ਐਕਸਟਰਾ ਲੈ ਲਏ, ਯਾਨੀ ਕਿ ਹੁਣ ਜਦੋਂ ਵੀ ਤੁਸੀਂ ਸਟੂਡੈਂਟ ਕਲਾਸ ਦਾ ਇੱਕ ਆਬਜੈਕਟ ਕ੍ਰੀਏਟ ਕਰੋਗੇ ਤਾਂ ਉਹਦੇ ਵਿੱਚ ਕੋਰਸ ਐਂਡ ਰੋਲ ਨੰਬਰ ਤਾਂ ਹੋਣਗੇ ਹੀ ਹੋਣਗੇ, ਪਲੱਸ ਉਹਦੇ ਵਿੱਚ ਨੇਮ, ਏਜ, weight ਐਂਡ ਹਾਈਟ ਵੀ ਹੋਣਗੇ, ਕਿਉਂਕਿ ਉਹ ਆਲਰੇਡੀ ਇੱਥੇ ਆ ਚੁੱਕੇ ਨੇ ਬਾਈ ਯੂਜ਼ਿੰਗ ਦਿਸ ਕੰਸੈਪਟ। ਸੋ ਇਸ ਕੰਸੈਪਟ ਨੂੰ ਆਪਾਂ ਕੀ ਬੋਲਦੇ ਹਾਂ? ਇਨਹੈਰੀਟੈਂਸ। ਇਨਹੈਰੀਟੈਂਸ ਦੇ ਵਿੱਚ ਕੀ ਹੈ ਕਿ ਇਹ ਸਟੂਡੈਂਟ ਕਲਾਸ ਨੇ ਪਰਸਨ ਕਲਾਸ ਦੀਆਂ ਪ੍ਰੋਪਰਟੀਜ਼ ਨੂੰ ਐਕਵਾਇਰ ਕਰ ਲਿਆ, ਯਾਨੀ ਕਿ ਜਦੋਂ ਵੀ ਇਹ ਸਟੂਡੈਂਟ ਕਲਾਸ ਦਾ ਇੱਕ ਆਬਜੈਕਟ ਬਣੇਗਾ ਉਹਦੇ ਵਿੱਚ 6 ਡਾਟਾ ਮੈਂਬਰਸ ਹੋਣਗੇ, ਨੇਮ, ਏਜ, weight, ਹਾਈਟ ਐਂਡ ਕੋਰਸ ਐਂਡ ਰੋਲ ਨੰਬਰ। ਤੇ ਉਸ ਤੋਂ ਇਲਾਵਾ ਜੋ ਵੀ ਤੁਸੀਂ ਫੰਕਸ਼ਨ ਡਿਫਾਈਨ ਕਰਨੇ ਆ ਉਹ ਡਿਫਾਈਨ ਕਰ ਸਕਦੇ ਆ। void suppose student input, ਇੱਥੇ ਤੁਸੀਂ ਸਟੂਡੈਂਟ ਵਾਲੀ ਡਾਟਾ ਇਨਪੁਟ ਕਰਵਾ ਸਕਦੇ ਹੋ, ਸੀਨ, ਕੋਰਸ ਐਂਡ ਸੀਨ ਰੋਲ ਨੰਬਰ। ਇसी ਤਰੀਕੇ ਨਾਲ void student output, फंक्शन का नेम थोड़ा मैंने डिफरेंट ले लिया ਤਾਂ कि डिफरेंशिएट हो सके। एक इनपुट फंक्शन, आउटपुट फंक्शन इतने ऑलरेडी आ चुके हैं, एक स्टूडेंट इनपुट एंड स्टूडेंट आउटपुट। सो ਉਹਦੇ ਵਿੱਚ ਆਪਾਂ ਪ੍ਰਿੰਟ ਕਰਵਾ ਰਹੇ ਹਾਂ सी आउट कोर्स एंड सी आउट रोल नंबर। सो ਇੱਥੇ क्लास खत्म हो गई है, ਕਿਹੜੀ क्लास? स्टूडेंट। ਜਦੋਂ ਤੁਸੀਂ ਇੱਥੇ void main ਲਿਖੋ, void main ਇਹਦੇ ਵਿੱਚ ਜਦੋਂ ਵੀ ਆਪਾਂ ਇਹ ਸਟੂਡੈਂਟ ਕਲਾਸ ਦਾ ਆਬਜੈਕਟ ਕ੍ਰੀਏਟ ਕਰਾਂਗੇ ਸਟੂਡੈਂਟ ਐਸ, ਤਾਂ ਐਸ ਦੇ ਵਿੱਚ ਕੀ ਹੋਏਗਾ? ਦੇਖੋ ਐਸ ਦੇ ਵਿੱਚ ਕੋਰਸ, ਰੋਲ ਨੰਬਰ ਤਾਂ ਹੋਣਗੇ ਹੀ ਹੋਣਗੇ, ਪਲੱਸ ਇਹ ਸਾਰੇ ਵੇਰੀਏਬਲ ਵੀ ਹੋਣਗੇ, ਨੇਮ, ਏਜ, weight ਐਂਡ ਹਾਈਟ। ਇਸੇ ਤਰੀਕੇ ਨਾਲ ਫੰਕਸ਼ਨ ਕਿਹੜੇ ਕਿਹੜੇ ਹੋਣਗੇ? student input, then student output, plus ਇਹ ਵਾਲੇ ਦੋਨੋਂ ਫੰਕਸ਼ਨ ਵੀ input and output। ਸੋ ਇਹ ਫੰਕਸ਼ਨਸ ਇਹਦੇ ਵਿੱਚ ਹੋਣਗੇ, ਇਹ ਕੀ ਹੈ? ਡਾਟਾ ਮੈਂਬਰਸ ਤੇ ਨੇ ਫੰਕਸ਼ਨਸ। ਸੋ ਜਦੋਂ ਵੀ ਹੁਣ ਦੇਖੋ ਇੱਥੇ ਆਪਣੇ ਕੋਲ ਟਾਈਮ ਕਿੰਨਾ ਸੇਵ ਹੋ ਰਿਹਾ ਹੈ ਤੇ ਆਪਣੇ ਐਫਰਟਸ ਵੀ ਘੱਟ ਲੱਗ ਰਹੇ ਨੇ ਕਿ ਇਹ ਸਾਰੀਆਂ ਪ੍ਰੋਪਰਟੀਜ਼ ਆਟੋਮੈਟਿਕਲੀ ਇੱਥੇ ਐਕਵਾਇਰ ਹੋ ਗਈਆਂ by using just this line। so ਇਸ ਲਾਈਨ ਦੇ ਵਿੱਚ ਕੀ ਹੋ ਰਹੀ ਹੈ? ਇਨਹੈਰੀਟੈਂਸ ਹੋ ਰਹੀ ਹੈ ਕਿ ਸਟੂਡੈਂਟ ਕਲਾਸ ਪਰਸਨ ਕਲਾਸ ਨੂੰ ਇਨਹੈਰਿਟ ਕਰ ਰਹੀ ਹੈ। ਸੋ ਜਿਹੜਾ ਇਹ ਰਿਲੇਸ਼ਨਸ਼ਿਪ ਬਣਿਆ ਹੈ ਪਰਸਨ ਐਂਡ ਸਟੂਡੈਂਟ ਦੇ ਵਿੱਚ, ਸੋ ਇਹ ਹਮੇਸ਼ਾ ਯੂਨੀ ਡਾਇਰੈਕਸ਼ਨਲ ਹੁੰਦਾ ਹੈ। ਯੂਨੀ ਡਾਇਰੈਕਸ਼ਨਲ ਦਾ ਮਤਲਬ ਕੀ ਹੈ? ਇੱਕ ਕਲਾਸ ਪਰਸਨ ਹੈ ਤੇ ਐਕਵਾਇਰ ਕੀਤੀ ਹੈ ਕਿਨੇ? ਸਟੂਡੈਂਟ ਨੇ। ਯਾਨੀ ਕਿ ਜਦੋਂ ਤੁਸੀਂ ਸਟੂਡੈਂਟ ਦਾ ਆਬਜੈਕਟ ਕ੍ਰੀਏਟ ਕਰੋਗੇ ਉਹਦੇ ਵਿੱਚ ਇਹ ਸਾਰੇ ਦੇ ਸਾਰੇ ਵੇਰੀਏਬਲ ਹੋਣਗੇ, बट जो परसन क्लास का एक ऑब्जेक्ट क्रिएट करोगे, सपोज तुसी इत्थे लिखिया परसन पी, ਉਹਦੇ ਵਿੱਚ स्टूडेंट वाले वेरीएबल एंड फंक्शंस नहीं होंगे, ਉਹਦੇ ਵਿੱਚ सिर्फ और सिर्फ परसन वाले ही होंगे, क्योंकि परसन क्लास जो ਆਪਾਂ नोट की है इत्थे ਆਪਾਂ कोई भी रिलेशनशिप डिफाइन नहीं किया, कोई भी इनहेरिटेंस डिफाइन नहीं की। सो इस करके जो तुसी परसन क्लास का एक ऑब्जेक्ट क्रिएट करोगे उस च सिर्फ नेम, एज, weight एंड हाइट ये 4 वेरीएबल होंगे ते इनपुट आउटपुट 2 फंक्शंस होंगे। ओके, सो ये हमेशा यूनी डायरैक्शनल होंदा है, यानी कि ये सिंगल डायरैक्शन है। सिर्फ स्टूडेंट दे विच सारे वेरीएबल होंगे, बट परसन दे विच सिर्फ परसन वाले ही वेरीएबल्स होंगे। सो दिस इज कॉल्ड इनहेरिटेंस। इहदियां अगे काफ़ी टाइप्स ने इनहेरिटेंस दियां, सिंगल इनहेरिटेंस, मल्टीपल इनहेरिटेंस, मल्टी लैवल, जो आपां सबसीक्वेंट लैक्चर्स डिस्कस करांगे। सो जो अज आपां कीती है सिंपल इनहेरिटेंस है, जिन्हों आपां बोलदे हां सिंगल इनहेरिटेंस। सिंगल इनहेरिटेंस ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ ਇੱਕ ਸਿੰਗਲ ਬੇਸ ਕਲਾਸ ਹੁੰਦੀ ਹੈ ਤੇ ਸਿੰਗਲ ਹੀ ਡਰਾਈਵਡ ਕਲਾਸ ਹੁੰਦੀ ਹੈ। ਹੁਣ ਇੱਥੇ ਪਰਸਨ ਕੀ ਹੈ? ਪਰਸਨ ਕਲਾਸ ਕੀ ਹੈ? ਬੇਸ ਕਲਾਸ ਐਂਡ ਸਟੂਡੈਂਟ ਕਲਾਸ ਕੀ ਹੈ? ਡਰਾਈਵਡ ਕਲਾਸ। ਸੋ ਪਰਸਨ ਕਲਾਸ ਨੂੰ ਆਪਾਂ ਬੇਸ ਕਲਾਸ ਬੋਲਦੇ ਹਾਂ ਤੇ ਸਟੂਡੈਂਟ ਕਲਾਸ ਨੂੰ ਡਰਾਈਵਡ ਕਲਾਸ ਬੋਲਦੇ ਹਾਂ। ਡਰਾਈਵਡ ਕਲਾਸ ਮਤਲਬ ਕਿ ਇਹ ਡਰਾਈਵਡ ਹੋਈ ਹੈ ਪਰਸਨ ਤੋਂ, ਜਾਂ ਫਿਰ स्टूडेंट नूं तुसी चाइल्ड क्लास भी कह सकते हो एंड परसन नूं पेरेंट क्लास भी कह सकते हैं।
ਸੋ ਸਿੰਗਲ ਇਨਹੈਰੀਟੈਂਸ ਦਾ ਇੱਕ ਸਿੰਪਲ ਪ੍ਰੋਗਰਾਮ ਦੇਖੋ, ਇਹਦੇ ਵਿੱਚ ਕੀ ਹੈ, ਸੇਮ ਉਹੀ ਪ੍ਰੋਗਰਾਮ ਹੈ, ਜਸਟ ਪਰਸਨ ਕਲਾਸ ਡਿਫਾਈਨ ਕੀਤੀ। ਇਹਦੇ ਵਿੱਚ ਆਪਾਂ 4 ਵੇਰੀਏਬਲ ਲਏ, ਨੇਮ, ਏਜ, ਹਾਈਟ ਐਂਡ weight। ਉਹਦੇ 'ਚ ਇੱਕ ਬੇਸਿਕ ਇਨਪੁਟ ਫੰਕਸ਼ਨ ਲਿਆ ਹੈ ਜਿਹਦੇ ਵਿੱਚ ਆਪਾਂ ਚਾਰਾਂ ਨੂੰ ਇਨਪੁਟ ਕਰਵਾਇਆ, ਇੱਕ ਬੇਸਿਕ ਆਊਟਪੁੱਟ ਫੰਕਸ਼ਨ ਲਿਆ ਜਿਸ ਚਾਰਾਂ ਨੂੰ ਆਊਟਪੁੱਟ ਕਰਵਾਇਆ। ਸੋ ਨੇਮ, ਏਜ, ਹਾਈਟ ਐਂਡ weight। ਦੈਨ ਸਟੂਡੈਂਟ ਕਲਾਸ ਇੱਕ ਡਿਫਾਈਨ ਕੀਤੀ ਜਿਹਦੇ ਨਾਲ ਹੀ ਆਪਾਂ ਡਿਫਾਈਨ ਕਰਤਾ ਇਨਹੈਰੀਟੈਂਸ ਰਿਲੇਸ਼ਨਸ਼ਿਪ ਕਿ ਸਟੂਡੈਂਟ ਕਲਾਸ ਕਿਹਨੂੰ ਇਕਵਾਇਰ ਕਰ ਰਹੀ ਹੈ, ਪਰਸਨ ਕਲਾਸ ਨੂੰ। ਸੋ ਪਰਸਨ ਕਲਾਸ ਦੇ ਜਿਹੜੇ ਵੀ ਮੈਂਬਰਸ ਨੇ ਉਹ ਸਾਰੇ ਇਹਦੇ ਵਿੱਚ ਆਟੋਮੈਟਿਕਲੀ ਆ ਗਏ, ਕਿਹੜੇ ਕਿਹੜੇ, ਨੇਮ, ਏਜ, ਹਾਈਟ ਐਂਡ weight ਤੇ ਇਹ ਦੋਨੋਂ ਫੰਕਸ਼ਨ। ਹੁਣ ਆਪਾਂ ਨੂੰ ਉਹਨਾਂ ਨੂੰ ਦੁਬਾਰਾ ਡਿਫਾਈਨ ਕਰਨ ਦੀ ਜ਼ਰੂਰਤ ਨਹੀਂ ਹੈ, ਜੋ ਸਿਰਫ ਸਟੂਡੈਂਟ ਕਲਾਸ ਲਈ ਐਕਸਟਰਾ ਫੰਕਸ਼ਨਸ ਨੇ ਜਾਂ ਐਕਸਟਰਾ ਵੇਰੀਏਬਲਸ ਨੇ ਆਪਾਂ ਸਿਰਫ ਉਹਨਾਂ ਨੂੰ ਹੀ ਡਿਫਾਈਨ ਕਰਾਂਗੇ। ਸੋ ਕੋਰਸ, ਕੈਰ ਕੋਰਸ 10 ਤੇ ਇੱਕ ਇੰਟ ਦਾ ਰੋਲ ਨੰਬਰ। ਸੋ ਇਹ 2 ਵੇਰੀਏਬਲ ਐਕਸਟਰਾ ਲੈ ਲਏ ਤੇ 4 ਵੇਰੀਏਬਲ ਉੱਪਰੋਂ ਆ ਰਹੇ ਹੈ, ਨੇਮ, ਏਜ, ਹਾਈਟ ਐਂਡ weight। ਨੈਕਸਟ ਇੱਕ ਇਨਪੁਟ ਫੰਕਸ਼ਨ ਲਿਆ ਹੈ। ਇਨਪੁਟ ਫੰਕਸ਼ਨ 'ਚ ਆਪਾਂ ਕੋਰਸ ਤੇ ਰੋਲ ਨੰਬਰ ਨੂੰ ਇਨਪੁਟ ਕਰਵਾ ਲਿਆ ਬਿਕੋਜ਼ ਜਿਹੜੇ ਬਾਕੀ 4 ਸੀ ਉਹ ਕਿਹੜੇ ਫੰਕਸ਼ਨ 'ਚ ਹੋ ਰਹੇ ਨੇ, ਬੇਸਿਕ ਇਨਪੁਟ ਦੇ ਵਿੱਚ। ਇਸੇ ਤਰੀਕੇ ਨਾਲ ਇੱਕ ਆਊਟਪੁੱਟ ਫੰਕਸ਼ਨ ਲਿਆ ਹੈ, ਕੋਰਸ ਐਂਡ ਰੋਲ ਨੰਬਰ। ਹੁਣ ਦੇਖੋ ਸਟੂਡੈਂਟ ਐਸ, ਆਪਾਂ ਇੱਕ ਐਸ ਆਬਜੈਕਟ ਕ੍ਰੀਏਟ ਕੀਤਾ। ਐਸ ਆਬਜੈਕਟ ਜਦੋਂ ਕ੍ਰੀਏਟ ਕੀਤਾ ਤਾਂ ਐਸ ਦੇ ਵਿੱਚ ਕੀ ਕੀ ਹੋਊਗਾ, ਐਸ ਦੇ ਵਿੱਚ 2 ਵੇਰੀਏਬਲ ਤਾਂ ਇਹ ਹੋਣਗੇ ਤੇ 4 ਇਹ ਵਾਲੇ ਹੋਣਗੇ, ਯਾਨੀ ਕਿ ਸਾਰੇ ਟੋਟਲ ਕਿੰਨੇ ਹੋ ਗਏ, 6 ਵੇਰੀਏਬਲ। name, age, height, weight, course and roll number। ਸੋ ਇਹ 6 ਡਾਟਾ ਮੈਂਬਰਸ ਹੋ ਗਏ ਤੇ ਫੰਕਸ਼ਨਸ ਕਿਹੜੇ ਕਿਹੜੇ ਹੋਣਗੇ, ਦੋਨੋਂ ਫੰਕਸ਼ਨ ਇਹ ਬੇਸਿਕ ਇਨਪੁਟ ਐਂਡ ਬੇਸਿਕ ਆਊਟਪੁੱਟ, ਬੇਸਿਕ ਇਨਪੁੱਟ ਐਂਡ ਬੇਸਿਕ ਆਊਟਪੁੱਟ। ਉਸ ਤੋਂ ਇਲਾਵਾ ਇੱਕ ਇਨਪੁਟ ਤੇ ਇੱਕ ਆਊਟਪੁੱਟ, ਇਹ ਫੰਕਸ਼ਨ ਵੀ ਹੋਣਗੇ। ਨੈਕਸਟ ਹੈ ਐਸ ਡੋਟ ਬੇਸਿਕ ਇਨਪੁਟ। ਹੁਣ ਐਸ ਨੇ ਆਪਣਾ ਬੇਸਿਕ ਇਨਪੁਟ ਫੰਕਸ਼ਨ ਕਾਲ ਕੀਤਾ। ਬੇਸਿਕ ਇਨਪੁਟ ਫੰਕਸ਼ਨ ਦੇ ਵਿੱਚ ਆਪਾਂ ਕੀ ਕਰਵਾ ਰਹੇ ਹਾਂ, ਆ 4 ਵੇਰੀਏਬਲਸ ਨੂੰ ਇਨਪੁਟ ਕਰਵਾ ਰਹੇ ਹਾਂ। ਸੋ ਚਾਰੋਂ ਵੇਰੀਏਬਲ ਇਨਪੁਟ ਹੋ ਜਾਣਗੇ, ਉਹਨਾਂ ਦੀ ਵੈਲਿਊਜ਼ ਇੱਥੇ ਸਟੋਰ ਹੋ ਜਾਣਗੀਆਂ। ਦੈਨ ਐਸ ਡੋਟ ਇਨਪੁਟ, ਹੁਣ ਐਸ ਦਾ ਇਨਪੁਟ ਫੰਕਸ਼ਨ ਕਾਲ ਹੋਇਆ। ਇਨਪੁਟ ਫੰਕਸ਼ਨ 'ਚ ਆਪਾਂ ਕਿਹਨੂੰ ਇਨਪੁਟ ਕਰਵਾ ਰਹੇ ਹਾਂ, ਕੋਰਸ ਐਂਡ ਰੋਲ ਨੰਬਰ ਨੂੰ। ਸੋ ਕੋਰਸ ਤੇ ਰੋਲ ਨੰਬਰ ਦੀ ਵੈਲਿਊ ਇੱਥੇ ਸਟੋਰ ਹੋ ਜਾਣਗੀਆਂ। ਉਸ ਤੋਂ ਬਾਅਦ ਐਸ ਡੋਟ ਬੇਸਿਕ ਆਊਟਪੁੱਟ, ਬੇਸਿਕ ਆਊਟਪੁੱਟ ਫੰਕਸ਼ਨ 'ਚ ਆਪਾਂ ਇਹਨਾਂ ਚਾਰਾਂ ਨੂੰ ਪ੍ਰਿੰਟ ਕਰਵਾ ਰਹੇ ਹਾਂ, ਇਹ ਚਾਰੋਂ ਪ੍ਰਿੰਟ ਹੋ ਜਾਣਗੇ। ਦੈਨ ਐਸ ਡੋਟ ਆਊਟਪੁੱਟ, ਉੱਥੇ ਕੋਰਸ ਐਂਡ ਰੋਲ ਨੰਬਰ ਵੀ ਪ੍ਰਿੰਟ ਹੋ ਜਾਣਗੇ। ਸੋ ਇਸ ਤਰੀਕੇ ਨਾਲ ਸਾਰੇ ਵੇਰੀਏਬਲ ਇਨਪੁਟ ਕਰਵਾ ਕੇ ਆਪਾਂ ਆਊਟਪੁੱਟ ਕਰਵਾਇਆ। ਸੋ ਇਹ ਕਿਹਦੀ ਐਗਜ਼ਾਮਪਲ ਹੈ, ਸਿੰਗਲ ਇਨਹੈਰੀਟੈਂਸ ਦੀ। ਇੱਥੇ ਪਰਸਨ ਕਲਾਸ ਕੀ ਹੈ, ਬੇਸ ਕਲਾਸ ਹੈ ਜਾਂ ਪੈਰੈਂਟ ਕਲਾਸ ਕਹਿ ਸਕਦੇ ਹਾਂ, ਤੇ ਸਟੂਡੈਂਟ ਕਲਾਸ ਕੀ ਹੈ, ਡਰਾਈਵਡ ਕਲਾਸ ਔਰ ਚਾਈਲਡ ਕਲਾਸ। ਸੋ ਇੱਥੇ ਜੋ ਰਿਲੇਸ਼ਨਸ਼ਿਪ ਹੈ ਉਹ ਇਸ ਤਰੀਕੇ ਨਾਲ ਬਣ ਰਿਹਾ ਹੈ, ਪਰਸਨ ਕਲਾਸ ਤੇ ਉਹਨੂੰ ਡਰਾਈਵਡ ਕੀਤਾ ਹੈ ਸਟੂਡੈਂਟ ਨੇ, ਸਟੂਡੈਂਟ ਕਲਾਸ ਇਹਨੂੰ ਇਨਹੈਰਿਟ ਕਰ ਰਹੀ ਹੈ। ਸੋ ਦਿਸ ਇਜ਼ the type of single inheritance. Thank you.